ਅੱਜ ਗਵਰਨਮੈਂਟ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਜਿਸ ਦੇ ਵਿੱਚ 14 ਜਿਹੜੀਆਂ ਮੈਡੀਸਿਨਸ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ, ਜਿਸ ਦੇ ਵਿੱਚ ਕੁਝ ਮੈਡੀਸਿਨਸ ਐਦਾਂ ਦੀਆਂ ਵੀ ਨੇ ਜਿਹੜੀਆਂ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਤੇ ਹਰ ਘਰ ਦੇ ਵਿੱਚ ਉਹ ਮੈਡੀਸਿਨ ਸਾਨੂੰ ਅਕਸਰ ਹੀ ਮਿਲਦੀ ਹੈ। ਸਰ ਪਹਿਲਾਂ ਤਾਂ ਕਿਹੜੀਆਂ ਮੈਡੀਸਿਨ ਸੀ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ? ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਇੱਕ ਦਿੰਦਾ ਹੈਗਾ, ਨਿਮੋਸਲਾਈਡ ਪਲੱਸ ਪੈਰਾਸਟਾਮੋਲ। ਆਪਾਂ ਪੈਰਾਸਟਾਮੋਲ ਫੀਵਰ ਵਾਸਤੇ ਸਭ ਤੋਂ ਸੇਫ ਡਰੱਗ ਹੈ। ਫੀਵਰ ਵਾਸਤੇ ਬੱਚਿਆਂ 'ਚ ਵੀ, ਵੱਡਿਆਂ 'ਚ ਵੀ, ਬੁੜਿਆਂ 'ਚ ਵੀ ਆਪਾਂ ਦਿੰਦੇ ਹਾਂ। ਪਰ ਹੁਣ ਜਦੋਂ ਦੋਨਾਂ ਦਾ ਕੰਬੀਨੇਸ਼ਨ ਆਪਾਂ ਕੁਝ ਫਾਰਮਾ ਕੰਪਨੀਜ਼ ਨੇ ਬਣਾਇਆ, ਆਪਾਂ ਕਹਿੰਦੇ 1+1 2 ਹੋ ਗਏ ਨਾ, 1+1 2 ਨਹੀਂ ਹੁੰਦਾ ਇੱਥੇ, ਕਈ ਵਾਰੀ ਇਟ ਇਜ਼ 1+1 ਇਜ਼ 11। ਸੋ ਇਸ ਤਰ੍ਹਾਂ ਹੀ ਫੋਰ ਐਗਜ਼ਾਮਪਲ ਇਹ ਨਿਮੋਸਲਾਈਡ ਪੈਰਾਸਟਾਮੋਲ ਦਾ ਕੰਬੀਨੇਸ਼ਨ ਇਹ ਬੈਨ ਕੀਤਾ ਹੈ ਕਿਉਂਕਿ ਇਹਦੇ ਨਾਲ ਇੱਕ ਬਹੁਤ ਲੀਵਰ ਨੂੰ, ਇਸ ਤਰ੍ਹਾਂ ਹੀ ਇੱਕ ਸਾਹ ਦੀ ਦਵਾਈ ਆਉਂਦੀ ਹੈ ਥੀਓਫਾਈਲਿਨ, ਦੂਸਰੀ ਹੁੰਦੀ ਹੈ ਸਾਲਬੂਟਾਮੋਲ। ਦੋਨੇ ਦਵਾਈਆਂ ਅਸੀਂ ਸਾਹ ਵਾਲੇ ਪੇਸ਼ੈਂਟ ਨੂੰ, ਬ੍ਰੌਂਕੀਅਲ ਅਸਥਮਾ ਵਾਲੇ ਪੇਸ਼ੈਂਟ ਨੂੰ, COPD ਵਾਲੇ ਪੇਸ਼ੈਂਟ ਨੂੰ ਜਿਹੜੇ ਕਿ ਸਮੋਕਰਸ ਦੇ ਨਾਲ ਲੰਗਸ ਦੇ ਹੁੰਦਾ ਹੈ, ਔਰ ਨਾਲ ਤੀਜੀ ਹੁੰਦੀ ਹੈ ਬ੍ਰੋਮਹੈਕਸਿਨ ਜਿਹੜੀ ਕਿ ਆਪਣੀ ਬਲਗਮ ਜੰਮੀ ਹੁੰਦੀ ਉਹਨੂੰ ਬਾਹਰ ਕੱਢਣ ਵਾਸਤੇ ਹੁੰਦੀ ਹੈ। ਤਿੰਨੋਂ ਦਵਾਈਆਂ ਅਸੀਂ ਇੰਡੀਵਿਜੂਅਲੀ ਯੂਜ਼ ਕਰਦੇ ਹਾਂ ਪੇਸ਼ੈਂਟਸ ਦੇ ਵਿੱਚ ਔਰ ਕੋਈ ਹਾਰਮ ਨਹੀਂ ਹੁੰਦਾ ਇਹਨਾਂ ਦਾ, ਠੀਕ ਹੈ। ਲੇਕਿਨ ਇਹ ਜਿਹੜਾ ਤਿੰਨਾਂ ਦਾ ਕੰਬੀਨੇਸ਼ਨ ਹੈ ਉਹਦੇ ਨਾਲ ਹਾਰਟ ਬੀਟ ਫਾਸਟ ਹੋ ਸਕਦੀ ਹੈ, ਹਾਰਟ 'ਤੇ ਬੁਰਾ ਅਸਰ ਹੋ ਸਕਦਾ ਹੈ, ਹਾਰਟ ਫੇਲੀਅਰ ਦੇ ਵਿੱਚ ਪੇਸ਼ੈਂਟ ਜਾ ਸਕਦਾ ਹੈ, ਠੀਕ ਹੈ। ਇਸ ਕਰਕੇ ਗੌਰਮੈਂਟ ਨੇ ਬੰਦ ਕੀਤਾ। ਇਸ ਤਰ੍ਹਾਂ ਹੀ ਇੱਕ ਬੱਚਿਆਂ 'ਚ ਆਪਾਂ ਮੈਡੀਸਿਨ ਦਿੰਦੇ ਹਾਂ, ਜਿਸ ਤਰ੍ਹਾਂ ਠੰਡ ਲੱਗ ਗਈ, ਜ਼ੁਕਾਮ ਹੋ ਗਿਆ, ਖਾਂਸੀ ਹੈ, ਕਲੋਰੋਫੈਰਾਮਿਨ ਹੈ, ਨਾਲ ਸਾਲਬੂਟਾਮੋਲ ਹੈ, ਨਾਲ ਪੈਰਾਸਟਾਮੋਲ ਹੈ। ਉਹਦੇ ਵਿੱਚ ਨਾਲ ਇੱਕ ਖਾਂਸੀ ਦਵਾਈ ਹੁੰਦੀ ਡੈਕਸਟਰੋਮੈਥਾਰਫਨ, ਉਹ ਖਾਂਸੀ ਨੂੰ ਰੋਕਦੀ ਹੈ, ਲੇਕਿਨ ਉਹਦਾ ਬ੍ਰੇਨ 'ਤੇ ਇਫੈਕਟ ਹੋ ਸਕਦਾ ਹੈ, ਬੱਚੇ ਨੂੰ ਨੀਂਦ ਜ਼ਿਆਦਾ ਆ ਸਕਦੀ ਹੈ। ਔਰ ਸੋ ਇਸ ਤਰ੍ਹਾਂ ਹੀ ਇਹ ਮੈਡੀਸਿਨ ਵੀ ਹੈ। ਤਾਂ ਹੁਣ ਜੇ ਬੰਦ ਕੀਤੀਆਂ ਜਾਣਗੀਆਂ ਨੇ ਤਾਂ ਹੁਣ ਅੱਗੇ ਕੋਈ ਨਵੀਆਂ ਮੈਡੀਸਿਨਸ ਆਉਣਗੀਆਂ ਇਹਨਾਂ ਦੀ ਜਗ੍ਹਾ? ਇੱਥੇ ਮੈਂ ਇਹੀ ਕਲੀਅਰ ਕਰਨਾ ਚਾਹੁੰਦਾ, ਇਹ ਦਵਾਈਆਂ ਨਹੀਂ ਬੰਦ ਕੀਤੀਆਂ ਗਈਆਂ, ਇਹਨਾਂ ਦੇ ਕੰਬੀਨੇਸ਼ਨ ਦੇ ਜਿਹੜੇ ਫਾਰਮੂਲੇਸ਼ਨ ਸੀਗੇ ਉਹ ਬੰਦ ਕੀਤੇ ਗਏ। ਇੰਡੀਵਿਜੂਅਲੀ ਤੁਹਾਨੂੰ ਜ਼ਰੂਰਤ ਹੈਗੀ ਹੈ ਕਫ ਸਿਰਪ ਦੀ, ਤੁਸੀਂ ਕਫ ਸਿਰਪ ਦੇ ਦਿਓ। ਤੁਹਾਨੂੰ ਕੋਲਡ ਦੀ ਦਵਾਈ ਦੀ ਜ਼ਰੂਰਤ ਹੈ, ਕਲੋਰੋਫੈਰਾਮਿਨ, ਤੁਸੀਂ ਉਹ ਦੇ ਦਿਓ। ਪੈਰਾਸਟਾਮੋਲ ਜਿਹੜੀ ਫੀਵਰ ਹੈ ਉਹ ਦੇ ਦਿਓ। ਲੇਕਿਨ ਇਨ ਕੰਬੀਨੇਸ਼ਨ ਜਿਹੜਾ ਇੱਕ ਕੁਝ ਫਾਰਮਾਸਿਊਟੀਕਲ ਕੰਪਨੀਜ਼ ਨੇ ਇੱਕ ਆਪਣੀ ਸੇਲ ਵਧਾਉਣ ਵਾਸਤੇ, ਜਾਂ ਕਿ ਦੇਖੋ ਜੀ ਪੇਸ਼ੈਂਟ ਨੂੰ 4 ਦਵਾਈਆਂ ਦੀ ਜਗ੍ਹਾ ਇੱਕੋ ਹੀ ਦਵਾਈ ਲੈਣੀ ਪਏਗੀ, ਉਸ ਚੱਕਰ 'ਚ ਇੱਕ ਤਰ੍ਹਾਂ ਦੀ ਉਹਨਾਂ ਨੇ ਤਾਂ ਇਹ ਆਪਣੇ ਵੱਲੋਂ ਓਵਰ, ਆਪਾਂ ਕਹਾਂਗੇ ਸਮਾਰਟਨੈਸ ਤਾਂ ਨਹੀਂ ਕਹਾਂਗਾ ਮੈਂ, ਓਵਰ ਐਂਥੂਸੀਆਜ਼ਮ ਦਿਖਾਇਆ ਕਿ ਅਸੀਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਇੰਦਰ ਸਿੱਧੂ ਤੁਹਾਡਾ ਸਵਾਗਤ ਕਰਦੀ ਹਾਂ। ਜੇ ਗੱਲ ਕੀਤੀ ਜਾਵੇ ਅੱਜ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਜਿਸ ਦੇ ਵਿੱਚ 14 ਜਿਹੜੀਆਂ ਮੈਡੀਸਿਨਸ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ, ਜਿਸ ਦੇ ਵਿੱਚ ਕੁਝ ਮੈਡੀਸਿਨਸ ਐਦਾਂ ਦੀਆਂ ਵੀ ਨੇ ਜਿਹੜੀਆਂ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਤੇ ਹਰ ਘਰ ਦੇ ਵਿੱਚ ਉਹ ਮੈਡੀਸਿਨ ਸਾਨੂੰ ਅਕਸਰ ਹੀ ਮਿਲਦੀ ਹੈ। ਕੀ ਕਾਰਨ ਹੈ ਬੰਦ ਕਰਨ ਦਾ ਤੇ ਕਿਹੜੀਆਂ ਜਿਹੜੀਆਂ ਇਹ ਮੈਡੀਸਿਨਸ ਨੇ ਜਿਹੜੀਆਂ ਬੰਦ ਕੀਤੀਆਂ ਗਈਆਂ, ਤਾਂ ਗੱਲਬਾਤ ਕਰਾਂਗੇ ਡਾਕਟਰ ਜੀ ਦੇ ਨਾਲ। ਤਾਂ ਸਾਡੇ ਨਾਲ ਡਾਕਟਰ ਕਰਮਵੀਰ ਗੋਇਲ ਜੀ ਮੌਜੂਦ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰ ਪਹਿਲਾਂ ਤਾਂ ਕਿਹੜੀਆਂ ਇਹ ਮੈਡੀਸਿਨ ਸੀ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ? ਇਹ ਕੰਬੀਨੇਸ਼ਨਸ ਬੰਦ ਕੀਤੇ ਗਏ ਨੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਇੱਕ ਦਿੰਦਾ ਹੈਗਾ, ਨਿਮੋਸਲਾਈਡ ਪਲੱਸ ਪੈਰਾਸਟਾਮੋਲ। ਆਪਾਂ ਪੈਰਾਸਟਾਮੋਲ ਫੀਵਰ ਵਾਸਤੇ ਸਭ ਤੋਂ ਸੇਫ ਡਰੱਗ ਹੈ। ਫੀਵਰ ਵਾਸਤੇ ਬੱਚਿਆਂ 'ਚ ਵੀ, ਵੱਡਿਆਂ 'ਚ ਵੀ, ਬੁੜਿਆਂ 'ਚ ਵੀ ਆਪਾਂ ਦਿੰਦੇ ਹਾਂ। ਨਿਮੋਸਲਾਈਡ ਐਸ ਸੱਚ ਵੀ ਪੇਨ ਕਿਲਰ ਯੂਜ਼ ਹੁੰਦੀ ਹੈਗੀ ਹੈ, ਕਾਫੀ ਲੋਕ ਕੁਝ ਕੰਟਰੀਜ਼ ਦੇ ਵਿੱਚ ਇਹ ਆਲਰੇਡੀ ਬੈਂਡ ਸੀ। ਪਰ ਹੁਣ ਜਦੋਂ ਦੋਨਾਂ ਦਾ ਕੰਬੀਨੇਸ਼ਨ ਆਪਾਂ ਕੁਝ ਫਾਰਮਾ ਕੰਪਨੀਜ਼ ਨੇ ਬਣਾਇਆ ਤਾਂ ਇਹ ਕੁਝ ਤਾਂ ਐਜ਼ ਏ ਫਾਰਮੂਲੇਸ਼ਨ ਹੀ ਇਹ ਠੀਕ ਨਹੀਂ ਹੈਗਾ, ਠੀਕ ਹੈ। ਲੇਕਿਨ ਜਦੋਂ ਕੋਈ ਵੀ ਪੇਸ਼ੈਂਟ ਇਸ ਚੀਜ਼ ਨੂੰ ਲੈਂਦਾ ਹੈ ਤਾਂ ਹੀ ਇਜ਼ ਐਟ ਮੋਰ ਰਿਸਕ ਆਫ ਡੈਮੇਜ ਟੂ ਲੀਵਰ ਜਾਂ ਅਦਰਵਾਈਜ਼ ਹੋਰ ਹਾਰਮਫੁਲ ਜਿਹੜੇ ਇਫੈਕਟ ਨੇ ਉਹ ਕਈ ਮਲਟੀਫੋਲਡ ਹੋ ਕੇ ਹੋ ਜਾਂਦੇ ਨੇ। ਜਿਵੇਂ ਆਪਾਂ ਕਹਿੰਦੇ 1+1 2 ਹੋ ਗਏ ਨਾ, 1+1 2 ਨਹੀਂ ਹੁੰਦਾ ਇੱਥੇ, ਕਈ ਵਾਰੀ ਇਟ ਇਜ਼ 1+1 ਇਜ਼ 11 ਜਾਂ ਇਵਨ 100 ਟਾਈਮਸ ਡੈਮੇਜ ਹੋ ਜਾਂਦਾ, ਕੁਝ ਫਾਰਮੂਲੇਸ਼ਨ ਇਸ ਤਰ੍ਹਾਂ ਹੁੰਦੀ ਹੈ। ਸੋ ਇਸ ਤਰ੍ਹਾਂ ਹੀ ਫੋਰ ਐਗਜ਼ਾਮਪਲ ਇਹ ਨਿਮੋਸਲਾਈਡ ਪੈਰਾਸਟਾਮੋਲ ਦਾ ਕੰਬੀਨੇਸ਼ਨ ਇਹ ਬੈਨ ਕੀਤਾ ਹੈ ਕਿਉਂਕਿ ਇਹਦੇ ਨਾਲ ਇੱਕ ਬਹੁਤ ਲੀਵਰ ਨੂੰ ਡੈਮੇਜ ਹੋ ਸਕਦਾ ਹੈ ਔਰ ਇਸ ਕਰਕੇ ਇਹ ਕੰਬੀਨੇਸ਼ਨ ਬੈਨਡ ਹੈ। ਇਸ ਤਰ੍ਹਾਂ ਹੀ ਇੱਕ ਸਾਹ ਦੀ ਦਵਾਈ ਆਉਂਦੀ ਹੈ ਥੀਓਫਾਈਲਿਨ, ਦੂਸਰੀ ਹੁੰਦੀ ਹੈ ਸਾਲਬੂਟਾਮੋਲ। ਦੋਨੇ ਦਵਾਈਆਂ ਅਸੀਂ ਸਾਹ ਵਾਲੇ ਪੇਸ਼ੈਂਟ ਨੂੰ, ਬ੍ਰੌਂਕੀਅਲ ਅਸਥਮਾ ਵਾਲੇ ਪੇਸ਼ੈਂਟ ਨੂੰ, COPD ਵਾਲੇ ਪੇਸ਼ੈਂਟ ਨੂੰ ਜਿਹੜੇ ਕਿ ਸਮੋਕਰਸ ਦੇ ਨਾਲ ਲੰਗਸ ਦੇ ਹੁੰਦਾ ਹੈ, ਔਰ ਨਾਲ ਤੀਜੀ ਹੁੰਦੀ ਹੈ ਬ੍ਰੋਮਹੈਕਸਿਨ ਜਿਹੜੀ ਕਿ ਆਪਣੀ ਬਲਗਮ ਜੰਮੀ ਹੁੰਦੀ ਉਹਨੂੰ ਬਾਹਰ ਕੱਢਣ ਵਾਸਤੇ ਹੁੰਦੀ ਹੈ। ਤਿੰਨੋਂ ਦਵਾਈਆਂ ਅਸੀਂ ਇੰਡੀਵਿਜੂਅਲੀ ਯੂਜ਼ ਕਰਦੇ ਹਾਂ ਪੇਸ਼ੈਂਟਸ ਦੇ ਵਿੱਚ ਔਰ ਕੋਈ ਹਾਰਮ ਨਹੀਂ ਹੁੰਦਾ ਇਹਨਾਂ ਦਾ, ਠੀਕ ਹੈ। ਲੇਕਿਨ ਇਹ ਜਿਹੜਾ ਤਿੰਨਾਂ ਦਾ ਕੰਬੀਨੇਸ਼ਨ ਹੈ, ਇਨ ਐਡੀਸ਼ਨ ਜਿਹੜਾ ਹੈ ਇੱਕ ਦੂਜੇ ਨੂੰ ਐਡੀਟਿਵ ਇਫੈਕਟ ਹੋ ਗਿਆ, ਉਹਦੇ ਨਾਲ ਹਾਰਟ ਬੀਟ ਫਾਸਟ ਹੋ ਸਕਦੀ ਹੈ, ਹਾਰਟ 'ਤੇ ਬੁਰਾ ਅਸਰ ਹੋ ਸਕਦਾ ਹੈ, ਹਾਰਟ ਫੇਲੀਅਰ ਦੇ ਵਿੱਚ ਪੇਸ਼ੈਂਟ ਜਾ ਸਕਦਾ ਹੈ, ਠੀਕ ਹੈ। ਇਸ ਕਰਕੇ ਗੌਰਮੈਂਟ ਨੇ ਬੰਦ ਕੀਤੀ ਹੈ ਬ੍ਰੋਮਹੈਕਸਿਨ, ਥੀਓਫਾਈਲਿਨ, ਔਰ ਸਾਲਬੂਟਾਮੋਲ ਦਾ ਕੰਬੀਨੇਸ਼ਨ। ਇੰਡੀਵਿਜੂਅਲੀ ਇਹ ਮੈਡੀਸਿਨ ਯੂਜ਼ ਕੀਤੀਆਂ ਜਾਂਦੀਆਂ ਔਰ ਕੀਤੀਆਂ ਜਾ ਸਕਦੀਆਂ ਔਰ ਕੀਤੀਆਂ ਰਹਿਣੀਆਂ ਯੂਜ਼ ਵੀ ਕੀਤੀਆਂ ਜਾਂਦੀਆਂ ਚਾਹੀਦੀਆਂ ਹੈਗੀਆਂ।
ਪਰ ਇਨ ਕੰਬੀਨੇਸ਼ਨ ਨਹੀਂ ਹੈ। ਇਸ ਤਰ੍ਹਾਂ ਹੀ ਇੱਕ ਬੱਚਿਆਂ 'ਚ ਆਪਾਂ ਮੈਡੀਸਿਨ ਦਿੰਦੇ ਹਾਂ, ਜਿਸ ਤਰ੍ਹਾਂ ਠੰਡ ਲੱਗ ਗਈ, ਜ਼ੁਕਾਮ ਹੋ ਗਿਆ, ਖਾਂਸੀ ਹੈ, ਕਲੋਰੋਫੈਰਾਮਿਨ ਹੈ, ਨਾਲ ਸਾਲਬੂਟਾਮੋਲ ਹੈ, ਨਾਲ ਪੈਰਾਸਟਾਮੋਲ ਹੈ, ਉਹਦੇ ਵਿੱਚ ਨਾਲ ਇੱਕ ਖਾਂਸੀ ਦਵਾਈ ਹੁੰਦੀ ਡੈਕਸਟਰੋਮੈਥਾਰਫਨ, ਉਹ ਖਾਂਸੀ ਨੂੰ ਰੋਕਦੀ ਹੈ, ਲੇਕਿਨ ਉਹਦਾ ਬ੍ਰੇਨ 'ਤੇ ਇਫੈਕਟ ਹੋ ਸਕਦਾ ਹੈ, ਬੱਚੇ ਨੂੰ ਨੀਂਦ ਜ਼ਿਆਦਾ ਆ ਸਕਦੀ ਹੈ ਔਰ ਸੈਡੇਸ਼ਨ ਜ਼ਿਆਦਾ ਹੋ ਸਕਦੀ ਹੈ ਔਰ ਨਾਲ ਬ੍ਰੇਨ ਦੇ ਕੁਝ ਸੈਲਸ ਦੇ ਇਫੈਕਟ ਹੋ ਸਕਦਾ ਹੈ। ਸੋ ਇਸ ਤਰ੍ਹਾਂ ਹੀ ਇਹ ਮੈਡੀਸਨ ਵੀ ਇਸ ਤਰ੍ਹਾਂ ਫਾਰਮੂਲੇਸ਼ਨ ਜਿਹੜੀ ਹੈਗੀ ਹੈ ਦੈਟ ਇਜ਼ ਨਾਟ ਕੰਪੈਟੀਬਲ ਔਰ ਨਾ ਹੀ ਉਹ ਯੂਜ਼ਫੁਲ ਹੈ ਟੂ ਦਾ ਹਿਊਮਨ ਬੋਡੀ। ਇਸ ਕਰਕੇ ਗੌਰਮੈਂਟ ਨੇ ਇਸ ਤਰ੍ਹਾਂ ਦੀ ਮੈਡੀਸਨ ਜਿਹੜੀ ਹੈਗੀ ਹੈ ਇਹਨੂੰ ਇੰਡੀਵਿਜੂਅਲੀ ਤੁਹਾਨੂੰ ਜ਼ਰੂਰਤ ਹੈਗੀ ਹੈ ਕਫ ਸਿਰਪ ਦੀ, ਤੁਸੀਂ ਕਫ ਸਿਰਪ ਦੇ ਦਿਓ। ਤੁਹਾਨੂੰ ਕੋਲਡ ਦੀ ਦਵਾਈ ਦੀ ਜ਼ਰੂਰਤ ਹੈ, ਕਲੋਰੋਫੈਰਾਮਿਨ ਤੁਸੀਂ ਉਹ ਦੇ ਦਿਓ। ਪੈਰਾਸਟਾਮੋਲ ਜਿਹੜੀ ਫੀਵਰ ਹੈ ਉਹ ਦੇ ਦਿਓ। ਲੇਕਿਨ ਇਨ ਕੰਬੀਨੇਸ਼ਨ ਜਿਹੜਾ ਇੱਕ ਕੁਝ ਫਾਰਮਾਸਿਊਟੀਕਲ ਕੰਪਨੀਜ਼ ਨੇ ਇੱਕ ਆਪਣੀ ਸੇਲ ਵਧਾਉਣ ਵਾਸਤੇ ਜਾਂ ਕਿ ਦੇਖੋ ਜੀ ਪੇਸ਼ੈਂਟ ਨੂੰ 4 ਦਵਾਈਆਂ ਦੀ ਜਗ੍ਹਾ ਇੱਕੋ ਹੀ ਦਵਾਈ ਲੈਣੀ ਪਏਗੀ, ਉਸ ਚੱਕਰ 'ਚ ਇੱਕ ਤਰ੍ਹਾਂ ਦੀ ਉਹਨਾਂ ਨੇ ਤਾਂ ਇਹ ਆਪਣੇ ਵੱਲੋਂ ਓਵਰ ਆਪਾਂ ਕਹਾਂਗੇ ਸਮਾਰਟਨੈਸ ਤਾਂ ਨਹੀਂ ਕਹਾਂਗਾ ਮੈਂ, ਓਵਰ ਐਂਥੂਸੀਆਜ਼ਮ ਦਿਖਾਇਆ ਕਿ ਅਸੀਂ ਇੱਕੋ ਹੀ ਤਾਂ ਕਿ ਪੇਸ਼ੈਂਟ ਨੂੰ ਦਵਾਈ ਚੱਲੇਗਾ, ਲੇਕਿਨ ਇਨ ਦਾ ਲੌਂਗ ਰਨ ਉਹ ਪੇਸ਼ੈਂਟ ਨੂੰ ਕਿਤੇ ਨਾ ਕਿਤੇ ਉਹ ਨੁਕਸਾਨਦੇਹ ਹੈ। ਇਸ ਕਰਕੇ ਗੌਰਮੈਂਟ ਨੇ ਬੜਾ ਅੱਛਾ ਸਟੈਪ ਲਿੱਤਾ ਹੈ ਕਿ ਜਿਹੜੀ ਗੌਰਮੈਂਟ ਜੇ ਫਾਰਮਾਸਿਊਟੀਕਲ ਕੰਪਨੀਜ਼ ਹੈਗੀਆਂ ਉਹਨਾਂ ਨੂੰ ਕੋਈ ਵੀ ਫਾਰਮੂਲੇਸ਼ਨ ਜਿਹੜੀ ਇਸ ਤਰ੍ਹਾਂ ਦੀ ਹੈਗੀ ਹੈ ਉਹ ਨਹੀਂ ਬਣਾਉਣ ਦਿਆਂਗੇ ਔਰ ਨਾ ਹੀ ਉਹ ਮਾਰਕੀਟ 'ਚ ਆਏਗੀ, ਨਾ ਹੀ ਉਹ ਲੋਕਾਂ ਨੂੰ ਯੂਜ਼ ਹੋਏਗੀ, ਤਾਂ ਕਿ ਉਹਨਾਂ ਨੂੰ ਇਹਨਾਂ ਦੇ ਜਿਹੜੇ ਸਾਈਡ ਇਫੈਕਟ ਹੈਗੇ ਆ ਉਹ ਨਾ। ਸਰ ਜੇ ਗੱਲ ਕੀਤੀ ਜਾਵੇ ਕੁਝ ਕੁ ਅਜਿਹੀਆਂ ਵੀ ਮੈਡੀਸਨ ਨੇ, ਜੇ ਗੱਲ ਕੀਤੀ ਜਾਵੇ ਜਿੱਦਾਂ ਪੈਰਾਸੀਟਾਮੋਲ ਨਾਰਮਲੀ ਹਰ ਇੱਕ ਘਰ ਦੇ ਵਿੱਚ ਹੁੰਦੀ ਹੀ ਹੁੰਦੀ ਹੈ, ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਇਹ ਹੁੰਦਾ ਕਿ ਚਲੋ ਇੱਕ ਪੈਰਾਸੀਟਾਮੋਲ ਲੈ ਲਓ ਤੇ ਆਪਾਂ ਬਿਲਕੁਲ ਠੀਕ ਹੋ ਜਾਣਾ, ਆਪਣੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ। ਤਾਂ ਹੁਣ ਜੇ ਬੰਦ ਕੀਤੀਆਂ ਜਾਣਗੀਆਂ ਨੇ ਤਾਂ ਹੁਣ ਅੱਗੇ ਕੋਈ ਨਵੀਆਂ ਮੈਡੀਸਨਸ ਆਉਣਗੀਆਂ ਇਹਨਾਂ ਦੀ ਜਗ੍ਹਾ? ਇੱਥੇ ਮੈਂ ਇਹੀ ਕਲੀਅਰ ਕਰਨਾ ਚਾਹੁੰਦਾ ਇਹ ਦਵਾਈਆਂ ਨਹੀਂ ਬੰਦ ਕੀਤੀਆਂ ਗਈਆਂ, ਇਹਨਾਂ ਦੇ ਕੰਬੀਨੇਸ਼ਨ ਦੇ ਜਿਹੜੇ ਫਾਰਮੂਲੇਸ਼ਨ ਸੀਗੇ ਉਹ ਬੰਦ ਕੀਤੇ ਗਏ ਹੈ। ਕਿ ਜਿਸ ਤਰ੍ਹਾਂ ਮੈਂ ਦੱਸ ਰਿਹਾ ਨਿਮੋਸਲਾਈਡ ਤੇ ਪੈਰਾਸਟਾਮੋਲ ਦਾ ਕੰਬੀਨੇਸ਼ਨ ਬੰਦ ਕੀਤਾ ਗਿਆ। ਦੈਟ ਡਜ਼ਨਟ ਮੀਨ ਕਿ ਜਿਹੜੀ ਪੈਰਾਸਟਾਮੋਲ ਹੈ ਉਹ ਬੰਦ ਕਰਤੀ। ਪੈਰਾਸਟਾਮੋਲ ਯੂਜ਼ ਹੁੰਦੀ ਰਹੇਗੀ ਔਰ ਹੁੰਦੀ ਰਹਿਣੀ ਚਾਹੀਦੀ ਹੈ, ਇਟ ਇਜ਼ ਅ ਵੈਰੀ ਸੇਫ ਡਰੱਗ, ਪਰ ਕਿਸੇ ਨਾ ਕਿਸੇ ਚੀਜ਼ ਦੇ ਨਾਲ ਮਿਕਸ ਕਰਕੇ ਜੇ ਆਪਾਂ ਉਹ ਯੂਜ਼ ਕਰਦੇ ਹਾਂ ਉਹ ਖਤਰਨਾਕ ਹੋ ਜਾਂਦਾ। ਸਰਕਾਰ ਜਿਹੜਾ ਇਹ ਫੈਸਲਾ ਲਿਆ ਸਰਕਾਰ ਨੇ ਬਿਲਕੁਲ ਸਹੀ ਲਿਆ ਹੈ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ। ਹਾਂ ਬਿਲਕੁਲ ਸਹੀ ਫੈਸਲਾ ਲਿੱਤਾ ਔਰ ਇਹ ਜੇ ਫੈਸਲੇ ਟਾਈਮ ਟੂ ਟਾਈਮ ਸਾਡੀ ਜਿਹੜੀ ਸਾਇੰਟੀਫਿਕ ਐਡਵਾਈਜ਼ਰੀ ਇੱਕ ਹੁੰਦੀ ਹੈਗੀ ਹੈ ਗੌਰਮੈਂਟ ਨੂੰ, ਮੈਡੀਕਲ ਐਡਵਾਈਜ਼ਰੀ ਹੁੰਦੀ ਹੈ। ਜਿਸ ਤਰ੍ਹਾਂ ਮੈਂ ਪੰਜਾਬ ਮੈਡੀਕਲ ਕੌਂਸਲ ਦਾ ਚੇਅਰਮੈਨ ਹੈਗਾ ਡਿਸਪਲਿਨਰੀ ਐਥੀਕਲ ਕਮੇਟੀ ਦਾ, ਕਿਤੇ ਵੀ ਕੋਈ ਡਾਕਟਰਸ ਵੱਲੋਂ ਹਸਪੀਟਲਸ ਵੱਲੋਂ ਕੋਈ ਅਣਗਹਿਲੀ ਹੁੰਦੀ ਹੈ ਜਾਂ ਕੋਈ ਗਲਤ ਹੁੰਦਾ ਹੈਗਾ ਉਹਦੀ ਸ਼ਿਕਾਇਤ ਸਾਡੇ ਪੰਜਾਬ ਮੈਡੀਕਲ ਕੌਂਸਲ 'ਚ ਆਉਂਦੀ ਹੈ, ਜਿਹਦੇ ਨਾਲ ਕਿ ਅਸੀਂ ਉਹ ਸਾਰੀ ਉਹਦੀ ਇਨਕੁਆਇਰੀ ਕਰਕੇ ਡਾਕਟਰ ਦਾ ਅਸੀਂ ਲਾਇਸੈਂਸ ਰੱਦ ਕਰ ਸਕਦੇ ਹਾਂ ਜਾਂ ਉਹਨੂੰ ਬੈਨ ਕਰ ਸਕਦੇ ਹਾਂ ਉਹਦੀ ਪ੍ਰੈਕਟਿਸ। ਇਸ ਤਰ੍ਹਾਂ ਹੀ ਇਹ ਫਾਰਮਾ ਜਿਹੜੀ ਕੰਪਨੀਜ਼ ਹੈਗੀਆਂ ਇਹਨਾਂ ਦੇ 'ਤੇ ਵੀ ਟਾਈਮ ਟੂ ਟਾਈਮ ਗਵਰਨਮੈਂਟ ਵੱਲੋਂ ਇਸ ਤਰ੍ਹਾਂ ਦਾ ਕੋਈ ਨਾ ਕੋਈ ਚੈੱਕ ਰੱਖ ਕੇ ਜ਼ਰੂਰ ਕਰਨੀ ਚਾਹੀਦੀ ਹੈ ਬੈਨ, ਔਰ ਬਹੁਤ ਅੱਛਾ ਕੀਤਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਤਕਲੀਫ ਦੇ ਵਿੱਚ ਬਿਮਾਰੀ ਦੇ ਵਿੱਚ ਦਵਾਈ ਹੈ ਉਹ ਉਹਨਾਂ ਨੂੰ ਫਾਇਦਾ ਕਰੇ, ਨਾ ਕਿ ਉਹਨਾਂ ਨੂੰ ਨੁਕਸਾਨ ਕਰੇ। ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਇਹਨਾਂ ਮੈਡੀਸਨ ਨੂੰ ਯੂਜ਼ ਕਰਨ ਦੇ ਬਾਰੇ? ਮੈਂ ਤੁਹਾਡੇ ਮਾਧਿਅਮ ਨਾਲ ਇਹ ਲੋਕਾਂ ਨੂੰ, ਲੁਧਿਆਣਾ ਨੂੰ, ਪੰਜਾਬ ਨੂੰ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੂੰਗਾ ਕਿ ਹੈਲਥ ਸਭ ਤੋਂ ਵੱਡੀ ਪ੍ਰਮਾਤਮਾ ਦੀ ਦਿੱਤੀ ਨਿਆਮਤ ਹੈ, ਇਹਨੂੰ ਲਾਈਟਲੀ ਨਾ ਲਓ ਔਰ ਕੋਈ ਵੀ ਦਵਾਈ ਦੀ ਵਰਤੋਂ ਕੁਆਲੀਫਾਈਡ ਡਾਕਟਰ ਦੀ ਸਲਾਹ ਤੋਂ ਬਿਨਾਂ, ਉਹਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾਂ ਨਾ ਲਓ। ਇਹ ਸੇ ਨੋ ਟੂ ਐਨੀ ਡਰੱਗ, ਚਾਹੇ ਉਹ ਡਰੱਗ ਅਬਿਊਜ਼ ਹੈ, ਚਾਹੇ ਉਹ ਐਡਿਕਸ਼ਨ ਡਰੱਗ ਹੈ, ਚਾਹੇ ਉਹ ਐਂਟੀਬਾਇਓਟਿਕ ਹੈ, ਚਾਹੇ ਪੇਨ ਕਿਲਰ ਹੈ, ਚਾਹੇ ਸਟੀਰੋਇਡ ਹੈ, ਚਾਹੇ ਉਹ ਬਲੱਡ ਪ੍ਰੈਸ਼ਰ ਦੀ ਦਵਾਈ ਹੈ, ਚਾਹੇ ਉਹ ਹੱਡੀਆਂ ਦੀ ਤਾਕਤ ਦੀ ਦਵਾਈ ਹੈ। ਕੋਈ ਵੀ ਦਵਾਈ ਬਿਨਾਂ ਸੁਪਰਵਿਜ਼ਨ ਆਫ ਏ ਮੈਡੀਕਲ ਪਰਸਨਲ ਤੁਸੀਂ ਨਾ ਵਰਤੋ, ਤਾਂ ਕਿ ਆਪਾਂ ਆਪਣੀ ਪਹਿਲਾਂ ਤਾਂ ਜ਼ਿੰਦਗੀ ਲੰਬੀ ਰੱਖੀਏ, ਫਿਰ ਜਿਹੜੀ ਲੰਬੀ ਜ਼ਿੰਦਗੀ ਹੈ ਉਹਦੇ ਵਿੱਚ ਆਪਣੀ ਕੁਆਲਿਟੀ ਆਫ ਲਾਈਫ ਜਿਹੜੀ ਹੈਗੀ ਅਸੀਂ ਤੰਦਰੁਸਤ ਹੋਈਏ, ਨਾ ਕਿ ਕਿਸੇ ਦੇ ਲਾਇਬਿਲਿਟੀ ਬਣੀਏ। ਉਹਦੇ ਨਾਲ ਆਪਾਂ ਇਸ ਚੀਜ਼ ਨੂੰ ਪ੍ਰੈਕਟਿਸ ਕਰਦੇ ਹੋਏ ਆਪਾਂ ਇਹ ਦੋ ਚੀਜ਼ਾਂ ਨੂੰ ਜ਼ਰੂਰ ਜਿੱਤਾਂਗੇ ਔਰ ਇਸ ਚੀਜ਼ ਨੂੰ ਅਟੇਨ ਕਰਾਂਗੇ। ਥੈਂਕ ਯੂ ਵੈਰੀ ਮਚ। ਤਾਂ ਇਹ ਸੀ ਸਾਡੇ ਨਾਲ ਡਾਕਟਰ ਕਰਮਵੀਰ ਗੋਇਲ ਜੀ, ਜਿਨ੍ਹਾਂ ਨੇ ਸਾਨੂੰ ਅੱਜ 14 ਦਵਾਈਆਂ ਜਿਹੜੀਆਂ ਬੰਦ ਹੋਈਆਂ ਨੇ, ਕਿਹੜੀਆਂ ਦਵਾਈਆਂ ਬੰਦ ਹੋਈਆਂ ਨੇ, ਕੀ ਉਹਨਾਂ ਦੇ ਸਾਈਡ ਇਫੈਕਟ ਸੀ, ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ। ਕਿਸ ਤਰ੍ਹਾਂ ਦੀ ਲੱਗੀ ਜਾਣਕਾਰੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨ। ਮੈਂ ਇੰਦਰ ਸਿੱਧੂ, ਕੈਮਰਾ ਪਰਸਨ ਵਿਸ਼ੂ ਦੇ ਨਾਲ।